ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8 ਸੈਸ਼ਨ 2022-23 ਪ੍ਰੀ ਬੋਰਡ ਦਾ SST ਦਾ ਸੈਂਪਲ ਪੇਪਰ। ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲਓ ਤਾਂ ਜੋ ਆਉਣ ਵਾਲੀ ਵੀਡੀਓ ਜਿਹੜੀ ਆ ਤੁਹਾਡੇ ਤੱਕ ਟਾਈਮ ਨਾਲ ਪਹੁੰਚ ਸਕੇ। ਜੇ ਤੁਸੀਂ ਆਪਣੇ ਵੱਲੋਂ ਮੈਨੂੰ ਕੋਈ ਐਪਰੀਸ਼ੀਏਟ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਵੱਲੋਂ ਦਿੱਤੇ ਗਏ ਕਮੈਂਟ ਤੇ ਲਾਈਕ ਹੀ ਮੇਰੇ ਲਈ ਐਪਰੀਸ਼ੀਏਟ ਦਾ ਕੰਮ ਕਰਦੇ ਨੇ। ਸੋ ਤੁਸੀਂ ਵੱਧ ਤੋਂ ਵੱਧ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਮੈਂ ਤੁਹਾਡੇ ਹਰ ਇੱਕ ਕਮੈਂਟ ਦਾ ਜਵਾਬ ਜਿਹੜਾ ਉਹ ਜ਼ਰੂਰ ਦਿਆ ਕਰਾਂਗਾ। ਜਿਨ੍ਹਾਂ ਸਟੂਡੈਂਟ ਨੇ ਵੀ ਲਾਸਟ ਵੀਡੀਓ ਦੇ ਵਿੱਚ ਮੇਰੇ ਲਈ ਬਹੁਤ ਜ਼ਿਆਦਾ ਕਮੈਂਟ ਕੀਤੇ ਸੀਗੇ, ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ, ਉਹਨਾਂ ਨੂੰ ਮੇਰੇ ਵੱਲੋਂ ਥੈਂਕਸ ਤੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ। ਜਿਉਂਦੇ ਵਸਦੇ ਰਹੋ, ਜਵਾਨੀਆਂ ਮਾਣੋ। ਸੋ ਚਲੋ ਜੀ, ਫਿਰ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਟਾਰਟ ਕਰਦੇ ਹਾਂ ਅੱਜ ਦਾ ਸੈਂਪਲ ਪੇਪਰ SST। ਅੱਜ ਦੇ ਸੈਂਪਲ ਪੇਪਰ ਜਿਹੜਾ ਹੈਗਾ ਉਹ 70 ਨੰਬਰ ਦਾ ਹੋਏਗਾ। ਟੋਟਲ ਜਿਹੜੇ ਨੇ ਕੁਐਸਚਨ ਤੁਹਾਨੂੰ ਉਹ 11 ਕੁਐਸਚਨ ਹੋਣਗੇ। ਪੇਪਰ ਜਿਹੜਾ ਹੈਗਾ ਤੁਹਾਡਾ 4 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ। ਭਾਗ ਊੜੇ ਦੇ ਵਿੱਚ ਤੁਹਾਡੇ ਕੋਲ ਚੁਆਇਸਿਸ ਵਾਲੇ ਪ੍ਰਸ਼ਨ ਨੇ, ਐੜੇ ਦੇ ਵਿੱਚ ਭੂਗੋਲ ਭਾਗ ਆ ਜਾਣਾ, ਈਡੀ ਦੇ ਵਿੱਚ ਇਤਿਹਾਸ ਐਂਡ ਸੱਸੇ ਭਾਗ ਦੇ ਵਿੱਚ ਨਾਗਰਿਕ ਸ਼ਾਸਤਰ ਹੈ। ਭਾਗ ਊੜੇ ਦੇ ਵਿੱਚ ਆਪਣੇ ਕੋਲ ਪਹਿਲਾ ਕੁਐਸਚਨ ਹੈ ਜੀ, ਕਿਹੜਾ ਜੋੜਾ ਕੁਦਰਤੀ ਸਾਧਨ ਨਹੀਂ ਹੈ? ਕੁਦਰਤੀ ਸਾਧਨ ਕਿਹੜੇ ਹੁੰਦੇ ਨੇ? ਜਿਹੜੇ ਬੰਦੇ ਨੇ ਨਹੀਂ ਬਣਾਏ, ਕੁਦਰਤ ਵੱਲੋਂ ਬਣੇ ਬਣਾਏ ਹੁੰਦੇ ਨੇ। ਜਿਵੇਂ ਦੇਖੋ ਪਹਿਲਾ ਪੁਆਇੰਟ ਹੈਗਾ ਮਿੱਟੀ ਤੇ ਭੂਮੀ, ਇਹ ਵੀ ਕਿਸੇ ਬੰਦੇ ਨੇ ਨਹੀਂ ਬਣਾਇਆ। ਜਲ ਤੇ ਖਣਿਜ, ਇਸ ਨੂੰ ਵੀ ਕਿਸੇ ਨੇ ਨਹੀਂ ਬਣਾਇਆ। ਮਨੁੱਖ ਤੇ ਜਲ, ਇਸ ਨੂੰ ਵੀ ਕਿਸੇ ਨੇ ਨਹੀਂ ਬਣਾਇਆ। ਤੋਂ ਬਣਾਇਆ ਕੀ ਹੈ? ਰੇਡੀਓ ਅਤੇ ਟੀਵੀ। ਤਾਂ ਸਾਡਾ ਆਨਸਰ ਹੋਏਗਾ ਰੇਡੀਓ ਅਤੇ ਟੀਵੀ ਕੁਦਰਤੀ ਸਾਧਨ ਨਹੀਂ ਹਨ। ਸੈਕਿੰਡ ਨੰਬਰ ਤੇ ਕੁਐਸਚਨ ਹੈ ਜੀ ਆਪਣੇ ਕੋਲ, ਕਿਹੜਾ ਜਲ ਦਾ ਕੁਦਰਤੀ ਸਰੋਤ ਨਹੀਂ ਹੈ? ਦੇਖੋ ਜਿਹੜੀ ਵਰਖਾ ਹੈ ਇਹ ਵੀ ਕੁਦਰਤੀ ਸਰੋਤ ਹੈ, ਦਰਿਆ ਵੀ ਕੁਦਰਤੀ ਸਰੋਤ ਨੇ, ਇਸ ਨੂੰ ਵੀ ਕਿਸੇ ਨੇ ਨਹੀਂ ਬਣਾਏ। ਜ਼ਮੀਨ ਦੋਜ਼ ਜਲ, ਜਿਹੜਾ ਪਾਣੀ ਦੇ ਹੇਠਾਂ ਜਲ ਹੈ, ਇਹ ਵੀ ਆਪ ਮੁਹਾਰੀ ਹੈ, ਇਹ ਵੀ ਕਿਸੇ ਨੇ ਨਹੀਂ ਬਣਾਇਆ। ਤਾਂ ਆਪਣੇ ਕੋਲ ਕੀ ਹੈ? ਦੇਖੋ ਪਾਣੀ ਵਾਲੀ ਟੈਂਕੀ, ਇਹ ਜਿਹੜਾ ਕੁਦਰਤੀ ਸਰੋਤ ਨਹੀਂ ਹੈ, ਇਸ ਨੂੰ ਅਸੀਂ ਆਪ ਭਰਦੇ ਹਾਂ। ਥਰਡ ਨੰਬਰ ਤੇ ਕੁਐਸਚਨ ਆਪਣੇ ਕੋਲ, ਕਿਹੜੀ ਫਸਲ ਅਨਾਜ ਨਹੀਂ ਹੈ? ਦੇਖੋ ਝੋਨਾ, ਜਿਸ ਨੂੰ ਅਸੀਂ ਚਾਵਲ ਵੀ ਕਹਿ ਦਿੰਦੇ ਆ, ਇਹ ਵੀ ਅਨਾਜ ਹੈ, ਕਣਕ ਵੀ ਅਨਾਜ ਹੈ, ਮੱਕੀ ਵੀ ਅਨਾਜ ਹੈ। ਤਾਂ ਆਪਣੇ ਕੋਲ ਕੀ ਹੈ ਫਿਰ ਆਨਸਰ? ਪਟਸਨ ਜਿਹੜਾ ਅਨਾਜ ਨਹੀਂ ਹੈ। ਇਸ ਤੋਂ ਇਲਾਵਾ ਜੌਂ ਹੋ ਗਿਆ, ਬਾਜਰਾ ਹੋ ਗਿਆ, ਜਵਾਰ ਹੋ ਗਏ, ਦਾਲਾਂ ਆਦਿ, ਇਹ ਸਾਰੇ ਕੀ ਨੇ? ਅਨਾਜ ਹਨ। ਫੋਰਥ ਨੰਬਰ ਤੇ ਹੈ, ਕਿਹੜੀ ਆਫਤ ਕੁਦਰਤੀ ਹੈ? ਦੇਖੋ ਸਟੂਡੈਂਟ ਤੁਸੀਂ ਨਾ ਕੁਐਸਚਨ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ ਕਿ ਤੁਹਾਨੂੰ ਪੁੱਛ ਕੀ ਰਿਹਾ ਹੈ। ਕਿਹੜੀ ਆਫਤ, ਜਿਸ ਨੇ ਇੱਥੇ ਪੁੱਛਿਆ ਕੁਦਰਤੀ ਹੈ, ਹੁਣ ਕੁਐਸਚਨ ਆ ਜਾਂਦਾ ਕੁਦਰਤੀ ਨਹੀਂ ਹੈ। ਦੇਖੋ ਉੱਪਰ ਸੀਗਾ ਸਾਡੇ ਕੋਲ ਫਸਲ ਅਨਾਜ ਨਹੀਂ ਹੈ, ਜੇ ਕੁਐਸਚਨ ਆ ਗਿਆ ਆਪਣੇ ਕੋਲ ਕਿਹੜੀ ਫਸਲ ਅਨਾਜ ਦਾ ਰੂਪ ਹੈ, ਠੀਕ ਹੈ। ਤੁਸੀਂ ਕੁਐਸਚਨ ਨੂੰ ਬੜੇ ਧਿਆਨ ਨਾਲ ਪੜ੍ਹਨਾ ਫਿਰ ਉਸਦਾ ਆਨਸਰ ਦੇਣਾ। ਹੁਣ ਇੱਥੇ ਆਪਣੇ ਕੋਲ ਕੁਐਸਚਨ ਹੈ ਕਿਹੜੀ ਆਫਤ ਕੁਦਰਤੀ ਹੈ? ਹੁਣ ਦੇਖੋ ਜੰਗ ਜਿਹੜੀ ਹੈ ਇਹ ਕੁਦਰਤੀ ਹੈ? ਨਹੀਂ, ਬਿਲਕੁਲ ਵੀ ਨਹੀਂ ਕੁਦਰਤੀ। ਸਨਅਤੀ ਹਾਦਸੇ ਕੁਦਰਤੀ ਨੇ? ਨਹੀਂ ਜੀ, ਇਹ ਸਨਅਤੀ ਹਾਦਸੇ ਆਪਣੇ ਆਪ ਹੁੰਦੇ ਨੇ। ਦਹਿਸ਼ਤਵਾਦ ਵੀ ਇੱਕ ਕੁਦਰਤੀ ਆਫਤ ਨਹੀਂ ਹੈਗੀ ਹੈ। ਤਾਂ ਆਪਣੇ ਕੁਦਰਤੀ ਆਫਤ ਕੀ ਹੋਇਆ? ਸੁਨਾਮੀ। ਇਸ ਤੋਂ ਇਲਾਵਾ ਭੂਚਾਲ ਹੋ ਗਏ, ਜਵਾਲਾਮੁਖੀ, ਹੜ੍ਹ, ਚੱਕਰਵਾਤ, ਸੋਕਾ, ਇਹ ਸਾਰੇ ਕੀ ਨੇ? ਕੁਦਰਤੀ ਆਫਤਾਂ ਹਨ। ਫਿਫਥ ਨੰਬਰ ਤੇ ਆਪਣੇ ਕੋਲ ਕਿਹੜਾ ਤੱਤ ਊਰਜਾ ਦਾ ਸਾਧਨ ਨਹੀਂ ਹੈ? ਕੋਲਾ ਦੇਖੋ ਊਰਜਾ ਦਾ ਸਾਧਨ ਹੈ, ਕੁਦਰਤੀ ਗੈਸ ਵੀ ਊਰਜਾ ਦਾ ਸਾਧਨ ਹੈ, ਪੈਟਰੋਲੀਅਮ ਵੀ ਊਰਜਾ ਦਾ ਸਾਧਨ ਹੈ। ਤਾਂ ਆਪਣੇ ਕੋਲ ਕਿਹੜਾ ਆਨਸਰ ਹੈ ਫਿਰ? ਲੋਹਾ ਕੁਦਰਤੀ ਸਾਧਨ ਨਹੀਂ ਹੈ। 6 ਨੰਬਰ ਤੇ ਹੈ ਜੀ, ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਹੁੰਦਾ ਹੈ? ਸਭ ਤੋਂ ਵਧੀਆ ਹੁੰਦਾ ਦੇਖੋ ਜੀ ਐਂਥਰੇਸਾਈਟ ਕੋਲਾ ਜਿਹੜਾ ਸਭ ਤੋਂ ਵਧੀਆ ਹੁੰਦਾ ਹੈ, ਤੇ ਜਿਹੜਾ ਪੀਟ ਹੁੰਦਾ ਇਹ ਸਭ ਤੋਂ ਮਾੜਾ ਹੁੰਦਾ। ਠੀਕ ਹੈ ਜੀ। 6 ਨੰਬਰ ਤੇ ਆਪਣੇ ਕੋਲ ਕਿਹੜਾ ਸਾਧਨ ਇਤਿਹਾਸ ਦਾ ਅਜੋਕਾ ਸਾਧਨ ਨਹੀਂ ਹੈ? ਅਜੋਕਾ ਮੀਨਸ ਜਿਹੜਾ ਅੱਜ ਕੱਲ ਦਾ ਸਾਧਨ। ਠੀਕ ਹੈ ਜੀ। ਹੁਣ ਅੱਜ ਕੱਲ ਕੀ ਆ, ਜਿਹੜੀ ਪੁਸਤਕਾਂ ਇਹ ਵੀ ਅਜੋਕਾ ਸਾਧਨ ਹਨ, ਸਰਕਾਰੀ ਦਸਤਾਵੇਜ਼ ਵੀ ਅਜੋਕਾ ਸਾਧਨ ਨੇ, ਅਖਬਾਰਾਂ ਤੇ ਰਸਾਲੇ ਵੀ ਅਜੋਕਾ ਸਾਧਨ ਨੇ। ਤਾਂ ਆਨਸਰ ਕੀ ਆ ਆਪਣੇ ਕੋਲ? ਸ਼ਿਲਾ ਲੇਖ, ਇਹ ਅਜੋਕਾ ਸਾਧਨ ਨਹੀਂ ਹਨ। 8th ਨੰਬਰ ਤੇ ਆਪਣੇ ਕੋਲ ਬਿਰਸਾ ਮੁੰਡਾ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਆਰੰਭਿਆ ਸੀ? ਤਾਂ ਆਨਸਰ ਹੈ ਜੀ ਇਸ ਦਾ ਛੋਟਾ ਨਾਗਪੁਰ। ਛੋਟਾ ਨਾਗਪੁਰ ਕਿੱਥੇ ਹੈ? ਬਿਹਾਰ ਦੇ ਵਿੱਚ ਹੈ। ਤੇ ਜਿਹੜਾ ਬਿਰਸਾ ਮੁੰਡਾ ਸੀਗਾ ਇਹ ਕਿਸ ਕਬੀਲੇ ਨਾਲ ਸੰਬੰਧਿਤ ਸੀ? ਕੋਲ ਕਬੀਲੇ ਦੇ ਨਾਲ ਸੰਬੰਧਿਤ ਸੀ। 9th ਨੰਬਰ ਤੇ ਹੈ, ਕਿਹੜਾ ਆਗੂ ਸਨ 1857 ਦੇ ਵਿਦਰੋਹ ਨਾਲ ਸੰਬੰਧਿਤ ਨਹੀਂ ਹੈ? ਦੇਖੋ ਰਾਣੀ ਲక్ష్ਮੀ ਬਾਈ ਵੀ ਵਿਦਰੋਹ ਦੇ ਵਿੱਚ ਸ਼ਾਮਲ ਹੋਈ ਸੀ, ਤਾਂਤੀਆ ਟੋਪੇ ਵੀ ਸੀਗੇ, ਨਾਨਾ ਸਾਹਿਬ ਵੀ ਸੀਗੇ। ਤਾਂ ਆਨਸਰ ਕੀ ਬਚਿਆ ਆਪਣੇ ਕੋਲ ਫਿਰ? ਮਹਾਰਾਣਾ ਪ੍ਰਤਾਪ। ਇਹ 1857 ਦੇ ਵਿਦਰੋਹ ਦੇ ਸੰਬੰਧਿਤ ਨਹੀਂ ਹਨ। 10th ਨੰਬਰ ਤੇ ਕੁਐਸਚਨ ਆਪਣੇ ਕੋਲ, ਕਿਹੜਾ ਆਗੂ ਭਾਰਤੀ ਸੁਧਾਰਵਾਦੀ ਲਹਿਰ ਦਾ ਹਿੱਸਾ ਨਹੀਂ ਸੀ? ਦੇਖੋ ਰਾਜਾ ਰਾਮ ਮੋਹਨ ਰਾਏ ਨੇ ਵੀ ਹਿੱਸਾ ਪਾਇਆ ਸੁਧਾਰਵਾਦ ਲਹਿਰ ਦੇ ਵਿੱਚ, ਕਿਉਂਕਿ ਇਹਨਾਂ ਨੇ ਕੀ ਕੀਤਾ ਸੀਗਾ? ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਈਸ਼ਵਰ ਚੰਦਰ ਵਿਦਿਆਸਾਗਰ, ਇਹਨਾਂ ਨੇ ਵੀ ਇਸਤਰੀਆਂ ਦੇ ਲਈ ਭਲਾਈ ਦਾ ਕੰਮ ਕੀਤਾ ਸੀ। ਤੇ ਇਹਨਾਂ ਨੇ ਇੱਕ ਹੋਰ ਕੀ ਕੀਤਾ ਸੀ? ਬਾਲ ਵਿਆਹ ਦਾ ਖੰਡਨ ਕੀਤਾ ਸੀ। A.O. ਹਿਊਮ ਇਹ ਵੀ ਫਾਊਂਡਰ ਹੋਏ ਨੇ ਕਿਸ ਦੇ? ਇੰਡੀਅਨ ਨੈਸ਼ਨਲ ਕਾਂਗਰਸ ਦੇ। ਐਨੀਬਿਸਟ ਜਿਹੜੇ ਨੇ ਇਹ ਭਾਰਤੀ ਸੁਧਾਰਵਾਦ ਦੇ ਹਿੱਸਾ ਨਹੀਂ ਸਨ। 11th ਨੰਬਰ ਤੇ ਹੈ,
ਸੱਤਿਆ ਸੋਧਕ ਸੁਸਾਇਟੀ ਦੀ ਸਥਾਪਨਾ ਕਿਸ ਆਗੂ ਨੇ ਕੀਤੀ? ਤਾਂ ਆਨਸਰ ਹੈ ਜੀ ਇਸ ਦਾ ਜੋਤੀਬਾ ਫੂਲੇ ਨੇ ਇਸ ਦੀ ਸਥਾਪਨਾ ਕੀਤੀ। 12 ਨੰਬਰ ਤੇ ਆਪਣੇ ਕੋਲ ਸ਼ਾਹਜਹਾਨਾਬਾਦ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਹੈ? ਤਾਂ ਆਨਸਰ ਹੈ ਜੀ ਇਸ ਦਾ ਦਿੱਲੀ। ਦਿੱਲੀ ਜਿਹੜਾ ਇਹ ਦਿੱਲੀ ਦਾ ਪੁਰਾਣਾ ਨਾਮ ਜਿਹੜਾ ਕੀ ਸੀਗਾ? ਸ਼ਾਹਜਹਾਨਾਬਾਦ। 13 ਨੰਬਰ ਤੇ ਕੁਐਸਚਨ ਆਪਣੇ ਕੋਲ ਭਾਰਤ ਦਾ ਸੰਵਿਧਾਨ ਕਿਸ ਮਿਤੀ ਨੂੰ ਤਿਆਰ ਹੋਇਆ ਸੀ? ਇਹ ਸਟੂਡੈਂਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਇਹਦੇ ਵਿੱਚ ਜ਼ਿਆਦਾਤਰ ਸਟੂਡੈਂਟ ਜਿਹੜੇ ਨੇ ਕਨਫਿਊਜ਼ ਹੋ ਜਾਂਦੇ ਨੇ। ਦੇਖੋ ਜਿਹੜਾ ਤਿਆਰ ਹੋਇਆ ਜਾਂ ਪਾਸ ਹੋਇਆ ਉਹ ਕਿਸ ਡੇਟ ਨੂੰ ਹੋਇਆ ਸੀਗਾ? ਉਹ ਹੋਇਆ ਸੀਗਾ 26 ਨਵੰਬਰ 1949 ਨੂੰ ਤਿਆਰ ਜਾਂ ਪਾਸ ਹੋਇਆ, ਠੀਕ ਹੈ ਜੀ। ਤੇ 26 ਜਨਵਰੀ 1950 ਨੂੰ ਕੀ ਕੀਤਾ ਗਿਆ ਸੀ? 26 ਜਨਵਰੀ 1950 ਨੂੰ ਫਿਰ ਇਹ ਲਾਗੂ ਕੀਤਾ ਗਿਆ ਸੀ। ਪਰ ਸਾਨੂੰ ਪੁੱਛਿਆ ਗਿਆ ਕੁਐਸਚਨ ਤਿਆਰ ਹੋਇਆ ਤਾਂ ਆਨਸਰ ਹੋਏਗਾ ਇਹਦਾ 26 ਨਵੰਬਰ 1949। 14 ਨੰਬਰ ਤੇ ਹੈ ਸੰਵਿਧਾਨ ਦੇ ਅਨੁਛੇਦ 14 ਤੋਂ 32 ਤੱਕ ਕਿਹੜੇ ਵਿਸ਼ੇ ਬਾਰੇ ਹਨ? ਕਿਹੜੇ ਵਿਸ਼ੇ ਕਹਿੰਦੇ ਜਿਹੜੇ ਨੇ ਉਹ ਸੰਵਿਧਾਨ ਦੇ ਅਨੁਛੇਦ ਦੇ ਵਿੱਚ ਦਰਜ ਕੀਤੇ ਗਏ? ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਆਨਸਰ ਦੇਣਾ ਤਾਂ ਆਨਸਰ ਕੀ ਆਪਣੇ ਕੋਲ? ਮੌਲਿਕ ਅਧਿਕਾਰ। 50 ਨੰਬਰ ਤੇ ਕੁਐਸਚਨ ਆਪਣੇ ਕੋਲ ਭਾਰਤ ਵਿੱਚ ਜਾਤੀ ਹੀ ਸਭ ਤੋਂ ਸਿਆਸੀ ਜਮਾਤ ਹੈ, ਇਹ ਸ਼ਬਦ ਕਿਸ ਨੇ ਕਹੇ? ਇਹ ਸ਼ਬਦ ਜਿਹੜੇ ਨੇ ਭੀਮ ਰਾਓ ਅੰਬੇਦਕਰ ਜੀ ਨੇ ਕਹੇ। ਨੈਕਸਟ ਭਾਗ ਆੜਾ ਹੈ ਜੀ ਆਪਣੇ ਕੋਲ ਭੂਗੋਲ ਦਾ। ਪ੍ਰਸ਼ਨ ਨੰਬਰ 2, ਇਹਦੇ ਵਿੱਚ ਨੰਬਰ 1 ਹੈ ਆਪਣੇ ਕੋਲ ਖਜੂਰ, ਥੋਹਰ ਤੇ ਕੰਡੇਦਾਰ ਝਾੜੀਆਂ ਡੈਸ਼ ਕਿਸਮ ਦੀ ਬਨਸਪਤੀ ਦੇ ਬੂਟੇ ਹਨ। ਕਿਹੜੀ ਕਿਸਮ ਦੀ ਬਨਸਪਤੀ ਦੇ ਬੂਟੇ ਨੇ ਜੀ ਇਹ ਨੇ ਜੀ ਰੇਤਲੀ ਕਿਸਮ ਦੀ। ਸੈਕਿੰਡ ਨੰਬਰ ਤੇ ਹੈ ਰੇਸ਼ੇਦਾਰ ਫਸਲਾਂ ਦੀਆਂ ਦੋ ਕਿਸਮਾਂ ਕਪਾਹ ਅਤੇ ਡੈਸ਼ ਹਨ। ਕਹਿੰਦੇ ਰੇਸ਼ੇਦਾਰ ਫਸਲਾਂ ਜਿਹੜੀਆਂ ਇਹਦੀਆਂ ਦੋ ਕਿਸਮਾਂ ਹੁੰਦੀਆਂ, ਕਪਾਹ ਅਤੇ ਦੂਜੀ ਕਿਹੜੀ ਹੈ? ਦੂਜੀ ਹੈ ਜੀ ਆਪਣੇ ਕੋਲ ਪਟਸਨ। 3rd ਨੰਬਰ ਤੇ ਹੈ ਜੀ ਚਾਹ ਤੇ ਕੌਫੀ ਦੇ ਖੇਤੀ ਲਈ ਪੱਧਰੀ ਧਰਾਤਲ ਦੀ ਲੋੜ ਹੁੰਦੀ ਹੈ। ਕਹਿੰਦੇ ਚਾਹ ਤੇ ਕੌਫੀ ਦੀ ਖੇਤੀ ਦੇ ਲਈ ਜਿਹੜੀ ਧਰਤੀ ਹੈ, ਇੱਥੇ ਧਰਤੀ ਮਿਸਿੰਗ ਹੈ, ਧਰਤੀ ਜਿਹੜੀ ਹੈ ਉਹ ਪੱਧਰੀ ਤੇ ਧਰਾਤਲ ਦੀ ਲੋੜ ਹੁੰਦੀ ਹੈ। ਕਥਨ ਸਹੀ ਹੈ ਜਾਂ ਗਲਤ ਹੈ? ਇਹ ਗਲਤ ਹੈ ਜੀ, ਕਿਉਂਕਿ ਜਿਹੜੀ ਚਾਹ ਤੇ ਕੌਫੀ ਦੀ ਖੇਤੀ ਹੈ ਉਹ ਢਲਾਣਦਾਰ ਤੇ ਵੀ ਹੋ ਜਾਂਦੀ ਹੈ। 4th ਨੰਬਰ ਤੇ ਹੈ ਹੜ੍ਹ, ਚੱਕਰਵਾਤ ਤੇ ਤੂਫਾਨ ਕੁਦਰਤੀ ਆਫਤਾਂ ਦੀਆਂ ਕਿਸਮਾਂ ਹਨ। ਕਥਨ ਸਹੀ ਹੈ ਜਾਂ ਗਲਤ ਹੈ? ਬਿਲਕੁਲ ਸਹੀ ਹੈ ਜੀ, ਕਿਉਂਕਿ ਹੜ੍ਹ ਹੋ ਗਿਆ, ਚੱਕਰਵਾਤ ਹੋ ਗਏ ਤੇ ਤੂਫਾਨ ਹੋ ਗਏ, ਸਾਰੇ ਕੁਦਰਤੀ ਆਫਤਾਂ ਹੀ ਹਨ। ਪ੍ਰਸ਼ਨ ਨੰਬਰ 3 ਦੇ ਵਿੱਚ ਦੋ ਕੁਐਸਚਨ ਨੇ ਤੁਹਾਡੇ ਕੋਲ, ਇਹ ਦੋਨੋਂ ਜਿਹੜੇ ਨੇ 2-2 ਨੰਬਰ ਦੇ ਹੋਣਗੇ। ਨੰਬਰ 1 ਆਪਣੇ ਕੋਲ ਪ੍ਰਵਾਸੀ ਪੰਛੀ ਕਿਹੜੇ ਹੁੰਦੇ ਹਨ ਤੇ ਇਹ ਕਿੱਥੋਂ ਆਉਂਦੇ ਹਨ? ਨੰਬਰ 2 ਤੇ ਆ ਭਾਰਤ ਵਿੱਚ ਕੱਚਾ ਲੋਹਾ ਕਿੱਥੇ ਮਿਲਦਾ ਹੈ? ਕੋਈ 2 ਸਥਾਨ ਦੱਸੋ। ਪ੍ਰਵਾਸੀ ਪੰਛੀ ਕਿਹੜੇ ਹੁੰਦੇ ਨੇ ਜੀ? ਉਹ ਪੰਛੀ ਜੋ ਆਪਣੀ ਔਲਾਦ ਦੇ ਪਾਲਣ ਪੋਸ਼ਣ ਲਈ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਪ੍ਰਵਾਸ ਕਰਦੇ ਹਨ, ਉਹਨਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਉਹ ਠੰਡ ਤੋਂ ਬਚਣ ਲਈ ਸਰਦੀਆਂ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ। ਜ਼ਿਆਦਾਤਰ ਪੰਛੀ ਗਰਮੀਆਂ ਵਿੱਚ ਉੱਤਰੀ ਪ੍ਰਜਨਨ ਖੇਤਰਾਂ ਤੋਂ ਦੱਖਣੀ ਸਰਦੀਆਂ ਦੇ ਮੈਦਾਨਾਂ ਵਿੱਚ ਪ੍ਰਵਾਸ ਕਰਦੇ ਹਨ। ਸੈਕਿੰਡ ਨੰਬਰ ਦੇ ਕੁਐਸਚਨ ਸੀਗਾ ਆਪਣੇ ਕੋਲ ਭਾਰਤ ਵਿੱਚ 2 ਥਾਵਾਂ ਦੇ ਨਾਮ ਦੱਸੋ ਜਿੱਥੇ ਕੱਚਾ ਲੋਹਾ ਮਿਲਦਾ ਹੈ। ਤਾਂ ਇਹਨਾਂ ਵਿੱਚ ਮੈਂ ਤੁਹਾਨੂੰ 5-6 ਜਗ੍ਹਾ ਦੇ ਨਾਮ ਤੁਹਾਨੂੰ ਮੈਂ ਦੱਸ ਦਿੱਤੇ ਨੇ, ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਤੁਸੀਂ ਯਾਦ ਕਰ ਸਕਦੇ ਹੋ, ਜਿਵੇਂ ਝਾਰਖੰਡ ਹੋ ਗਿਆ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਰਾਜਸਥਾਨ ਅਤੇ ਪੱਛਮੀ ਬੰਗਾਲ। ਕੁਐਸਚਨ ਨੰਬਰ 4 ਹੈ ਜੀ ਆਪਣੇ ਕੋਲ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਤੁਸੀਂ ਕਿਸੇ ਇੱਕ ਦਾ ਉੱਤਰ ਦੇਣਾ 50 ਤੇ 60 ਸ਼ਬਦਾਂ ਦੇ ਵਿੱਚ। ਹਰ ਕੁਐਸਚਨ ਜਿਹੜਾ ਕਿੰਨੇ ਨੰਬਰ ਦਾ ਹੋਏਗਾ? 3 ਨੰਬਰ ਦਾ ਹੋਏਗਾ। ਨੰਬਰ 1 ਹੈ ਸਾਡੇ ਕੋਲ ਦਰਿਆਵਾਂ ਤੇ ਨਹਿਰਾਂ ਦੇ ਕੋਈ 3 ਲਾਭ ਲਿਖੋ ਤੇ ਜਾਂ ਹੈ ਆਪਣੇ ਕੋਲ ਇਹਦੇ ਵਿੱਚ ਪਣ ਬਿਜਲੀ ਉਤਪਾਦਨ ਲਈ ਲੋੜੀਂਦੀ ਕੋਈ 3 ਤੱਤਾਂ ਦਾ ਵਰਣਨ ਕਰੋ। ਦਰਿਆਵਾਂ ਦੇ ਵਿੱਚ ਇਸ ਦਾ ਆਨਸਰ ਹੈ ਜੀ ਆਪਣੇ ਕੋਲ ਨਦੀਆਂ ਅਤੇ ਨਹਿਰਾਂ ਖੇਤੀਬਾੜੀ ਵਿੱਚ ਸਿੰਚਾਈ, ਪੀਣ ਵਾਲੇ ਪਾਣੀ ਲਈ। ਕਹਿੰਦੇ ਜਿਹੜੇ ਦਰਿਆਵਾਂ ਤੇ ਨਹਿਰਾਂ ਦੇ 3 ਫਾਇਦੇ ਕੀ ਹੁੰਦੇ ਨੇ? ਨਦੀਆਂ ਤੇ ਨਹਿਰਾਂ ਖੇਤੀਬਾੜੀ ਦੇ ਵਿੱਚ ਸਿੰਚਾਈ ਲਈ ਦੀ ਵਰਤੋਂ ਹੁੰਦੀ ਹੈ, ਪੀਣ ਵਾਲਾ ਪਾਣੀ ਸਾਨੂੰ ਮਿਲਦਾ ਹੈ, ਆਵਾਜਾਈ ਲਈ ਮਿਲਦਾ ਹੈ, ਕਿਉਂਕਿ ਆਵਾਜਾਈ ਕਿਸ ਤਰ੍ਹਾਂ ਜਿਹੜੇ ਪਾਣੀ ਵਾਲੀ ਬੰਦਰਗਾਹਾਂ ਹੁੰਦੀਆਂ ਜਿੱਥੇ ਪਾਣੀ ਵਾਲੇ ਜਹਾਜ਼ ਵੀ ਚੱਲਦੇ ਨੇ, ਪਣ ਬਿਜਲੀ ਡੈਮਾਂ ਦੁਆਰਾ ਬਿਜਲੀ ਪੈਦਾ ਕਰਨ ਲਈ ਅਤੇ ਤੈਰਾਕੀ ਅਤੇ ਬੋਟਿੰਗ ਵਰਗੀਆਂ ਮਨੋਰੰਜਨ ਗਤੀਵਿਧੀਆਂ ਲਈ ਪ੍ਰਦਾਨ ਕਰਦੀਆਂ ਹਨ। ਕਹਿੰਦੇ ਫਿਰ ਤੈਰਾਕੀ ਅਤੇ ਬੋਟਿੰਗ ਵੀ ਜਿਹੜੀ ਆ ਆਪਾਂ ਪਾਣੀ ਦੇ ਨਾਲ ਕਰ ਸਕਦੇ ਹਾਂ। ਜਾਂ ਦੇ ਵਿੱਚ ਕੁਐਸਚਨ ਆਪਣੇ ਕੋਲ ਪਣ ਬਿਜਲੀ ਉਤਪਾਦਨ ਲਈ ਲੋੜੀਂਦੇ 3 ਤੱਤਾਂ ਦਾ ਵਰਣਨ ਕਰੋ। ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਵੀ ਕਹਿ ਦਿੰਦੇ ਆ। ਇਹਦਾ ਆਨਸਰ ਹੈ ਜੀ ਆਪਣੇ ਕੋਲ ਇੱਕ ਆਮ ਪਣ ਬਿਜਲੀ ਪਲਾਂਟ 3 ਭਾਗਾਂ ਵਾਲਾ ਇੱਕ ਸਿਸਟਮ ਹੈ। ਇੱਕ ਪਾਵਰ ਪਲਾਂਟ ਜਿੱਥੇ ਬਿਜਲੀ ਪੈਦਾ ਕੀਤੀ ਜਾਂਦੀ ਹੈ, ਕਹਿੰਦੇ ਇੱਕ ਪਾਵਰ ਪਲਾਂਟ ਹੁੰਦਾ ਹੈ ਜਿੱਥੇ ਬਿਜਲੀ ਨੂੰ ਪੈਦਾ ਕੀਤਾ ਜਾਂਦਾ ਹੈ। ਇੱਕ ਡੈਮ ਹੁੰਦਾ ਹੈ ਜੋ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕਰਨ ਲਈ ਖੋਲ੍ਹਿਆ ਜਾਂਦਾ ਹੈ ਜਾਂ ਬੰਦ ਕੀਤਾ ਜਾਂਦਾ ਹੈ। ਕਹਿੰਦੇ ਡੈਮ ਦੇ ਵਿੱਚ ਕੀ ਹੁੰਦਾ? ਪਾਣੀ ਦਾ ਜਿਹੜਾ ਵਹਾਅ ਹੁੰਦਾ ਹੈ ਉਸ ਨੂੰ ਕੰਟਰੋਲ ਕੀਤਾ ਜਾਂਦਾ ਹੈ, ਖੋਲ੍ਹਿਆ ਜਾਂਦਾ ਹੈ ਜਾਂ ਬੰਦ ਕੀਤਾ ਜਾਂਦਾ ਹੈ। ਜਦੋਂ ਜ਼ਿਆਦਾ ਆ ਜਾਂਦਾ ਹੈ ਫਿਰ ਉਸ ਨੂੰ ਖੋਲ ਦਿੱਤਾ ਜਾਂਦਾ ਹੈ ਤੇ ਜਦੋਂ ਨਾਰਮਲ ਹੁੰਦਾ ਪਾਣੀ ਫਿਰ ਉਸ ਨੂੰ ਗੇਟ ਉਸਦੇ ਬੰਦ ਕਰ ਦਿੱਤੇ ਜਾਂਦੇ ਨੇ। ਅਤੇ ਇੱਕ ਸਰੋਵਰ ਜਿੱਥੇ ਪਾਣੀ ਸਟੋਰ ਕੀਤਾ ਜਾਂਦਾ ਹੈ, ਕਹਿੰਦੇ ਉੱਥੇ ਇੱਕ ਸਰੋਵਰ ਵੀ ਹੁੰਦਾ ਜਿੱਥੇ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ। ਡੈਮ ਦੇ ਪਿੱਛੇ ਪਾਣੀ ਇੱਕ ਇਨਟੇਕ ਰਾਹੀਂ ਵਗਦਾ ਹੈ ਅਤੇ ਇੱਕ ਟਰਬਾਈਨ ਵਿੱਚ ਬਲੇਡਾਂ ਦੇ ਵਿਰੁੱਧ ਧੱਕਦਾ ਹੈ ਜਿਸ ਨਾਲ ਉਹ
ਮੁੜ ਜਾਂਦੇ। ਕਹਿੰਦੇ ਜਦੋਂ ਪਾਣੀ ਜਿਹੜਾ ਹੈਗਾ ਟਰਬਾਈਨ ਦੇ ਵਿੱਚ ਬਲੇਡਾਂ ਦੇ ਵਿਰੁੱਧ ਹੋ ਕੇ ਧੱਕਦਾ ਤੇ ਟਰਬਾਈਨ ਮੁੜ ਜਾਂਦੇ ਨੇ, ਫਿਰ ਉਸ ਤੋਂ ਬਾਅਦ ਉੱਥੇ ਬਿਜਲੀ ਜਿਹੜੀ ਹੈ ਪੈਦਾ ਹੁੰਦੀ ਹੈ। ਨੈਕਸਟ ਸੈਕਿੰਡ ਨੰਬਰ ਤੇ ਆਪਣੇ ਕੋਲ ਦੋ ਕੁਐਸਚਨ ਨੇ। ਸੋਕੇ ਤੋਂ ਬਚਾਅ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ? ਕੋਈ ਤਿੰਨ ਦਾ ਵਰਣਨ ਕਰੋ, ਜਾਂ ਫਿਰ ਮੁੱਕਣਯੋਗ ਸਾਧਨਾਂ ਨੂੰ ਸਮਝਣ ਨਾਲ ਵਰਤੇ ਜਾਣ ਦੀ ਲੋੜ ਕਿਉਂ ਹੈ। ਤਿੰਨ ਕਦਮ ਕਿਹੜੇ ਨੇ ਜੀ? ਉਹਨਾਂ ਵਿੱਚੋਂ ਪਹਿਲਾ ਆਪਣੇ ਕੋਲ ਸੋਕਾ ਇੱਕ ਅਜਿਹੀ ਸਥਿਤੀ ਹੈ ਜਦੋਂ ਕਿਸੇ ਖੇਤਰ ਵਿੱਚ ਬਹੁਤ ਲੰਬੇ ਸਮੇਂ ਕਈ ਮਹੀਨਿਆਂ ਜਾਂ ਸਾਲਾਂ ਤੱਕ ਬਾਰਿਸ਼ ਨਹੀਂ ਹੁੰਦੀ। ਪਹਿਲਾਂ ਹੀ ਸੋਕੇ ਦੀ ਪਰਿਭਾਸ਼ਾ ਦੇ ਲੈਂਦੇ ਹਾਂ ਕਿ ਸੋਕਾ ਕੀ ਹੁੰਦਾ ਹੈ। ਸੋਕਾ ਇੱਕ ਅਜਿਹੀ ਸਥਿਤੀ ਹੈ ਜਿੱਥੇ ਜਦੋਂ ਕਿਸੇ ਖੇਤਰ ਵਿੱਚ ਬਹੁਤ ਲੰਬੇ ਸਮੇਂ ਜਾਂ ਕਈ ਮਹੀਨਿਆਂ ਜਾਂ ਸਾਲਾਂ ਤੱਕ ਬਾਰਿਸ਼ ਨਹੀਂ ਹੁੰਦੀ। ਫਿਰ ਇਸ ਨੂੰ ਰੋਕਣ ਦੇ ਲਈ ਕਿਹੜੇ ਕਦਮ ਜਿਹੜੇ ਤਿੰਨ ਨੇ ਉਹ ਚੱਕਣੇ ਚਾਹੀਦੇ ਨੇ? ਨੰਬਰ 1 ਤੇ ਆਪਣੇ ਕੋਲ ਡੈਮਾਂ ਤੇ ਜਲ ਭੰਡਾਰਾਂ ਦੀ ਉਸਾਰੀ, ਖੂਹਾਂ, ਚੰਗੇ ਖੇਤੀ ਅਭਿਆਸਾਂ ਅਤੇ ਹੋਰ ਕਈ ਤਰੀਕਿਆਂ ਨਾਲ ਪਾਣੀ ਦੀ ਸੰਭਾਲ ਕਰਕੇ ਸੋਕੇ ਨੂੰ ਰੋਕਿਆ ਜਾ ਸਕਦਾ ਹੈ। ਇਸ ਦਾ ਮਤਲਬ ਕੀ ਹੋਇਆ ਕਿ ਡੈਮ ਜਿਹੜੇ ਨੇ ਉਹ ਬਣਾਏ ਜਾ ਸਕਦੇ ਨੇ, ਜਲ ਭੰਡਾਰਾਂ ਦੀ ਉਸਾਰੀ ਕੀਤੀ ਜਾ ਸਕਦੀ ਹੈ, ਖੂਹ ਬਣਾਏ ਜਾ ਸਕਦੇ ਨੇ, ਚੰਗੇ ਖੇਤੀ ਅਭਿਆਸ ਕੀਤੇ ਜਾ ਸਕਦੇ ਨੇ, ਜਿਸ ਨਾਲ ਪਾਣੀ ਦੀ ਸੰਭਾਲ ਕਰਕੇ ਫਿਰ ਸੋਕੇ ਨੂੰ ਰੋਕਿਆ ਜਾ ਸਕਦਾ ਹੈ। ਸੈਕਿੰਡ ਨੰਬਰ ਤੇ ਆਪਣੇ ਕੋਲ ਰੁੱਖ ਲਗਾਉਣ ਨਾਲ ਸੋਕੇ ਨੂੰ ਰੋਕਣ ਵਿੱਚ ਵੀ ਮਦਦ ਮਿਲਦੀ ਹੈ। ਕਹਿੰਦੇ ਜੇ ਅਸੀਂ ਰੁੱਖ ਲਗਾਵਾਂਗੇ ਫਿਰ ਇਸ ਨਾਲ ਵੀ ਸੋਕਾ ਜਿਹੜਾ ਇਸ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਮਜ਼ਬੂਤ ਨਾਲ ਫੜਦੀਆਂ ਹਨ। ਨੰਬਰ 3 ਤੇ ਹੈ ਜੀ ਪਾਣੀ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਣਾ ਜੋ ਤੁਸੀਂ ਹਰ ਰੋਜ਼ ਵਰਤਦੇ ਹੋ। ਕਹਿੰਦੇ ਪਾਣੀ ਦੀ ਮਾਤਰਾ ਨੂੰ ਤੁਸੀਂ ਜਿਹੜਾ ਡੇਲੀ ਯੂਜ਼ ਕਰਦੇ ਹੋ ਉਸ ਨੂੰ ਤੁਸੀਂ ਧਿਆਨ ਨਾਲ ਯੂਜ਼ ਕਰੋ। ਸੋਕੇ ਨੂੰ ਰੋਕਣ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਹੋ ਸਕਦਾ ਹੈ। ਤਾਂ ਇਹ ਸਭ ਤੋਂ ਕਹਿੰਦਾ ਸ਼ਕਤੀਸ਼ਾਲੀ ਪਾਵਰਫੁਲ ਜਿਹੜਾ ਇਹ ਤਰੀਕਾ ਹੈ ਸੋਕੇ ਨੂੰ ਰੋਕਣ ਦਾ। ਨੈਕਸਟ ਜਾਂ ਦੇ ਵਿੱਚ ਹੋਰ ਪਾਰਟ ਆਪਣੇ ਕੋਲ ਮੁੱਕਣਯੋਗ ਸਾਧਨਾਂ ਨੂੰ ਸੰਜਮ ਨਾਲ ਵਰਤੇ ਜਾਣ ਦੀ ਲੋੜ ਕਿਉਂ ਹੈ? ਤਾਂ ਆਨਸਰ ਹੈ ਜੀ ਇਸ ਦਾ ਮੁੱਕਣਯੋਗ ਸਾਧਨ ਉਹ ਹਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ। ਕਹਿੰਦੇ ਮੁੱਕਣਯੋਗ ਸਾਧਨ ਉਹ ਹੁੰਦੇ ਨੇ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ, ਮਤਲਬ ਕਿ ਇਹਨਾਂ ਦੀ ਜਿਹੜਾ ਇੱਕ ਵਾਰ ਖਤਮ ਹੋਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਕਹਿੰਦੇ ਜੇ ਇੱਕ ਵਾਰ ਇਹ ਖਤਮ ਹੋ ਗਿਆ ਫਿਰ ਦੁਬਾਰਾ ਸਾਨੂੰ ਨਹੀਂ ਮਿਲਣਾ। ਜਿਸ ਤਰ੍ਹਾਂ ਕੋਲਾ ਤੇ ਪੈਟਰੋਲੀਅਮ ਇੱਕ ਵਾਰ ਦੁਬਾਰਾ ਪ੍ਰਾਪਤ ਨਹੀਂ ਹੋਣਗੇ। ਕਹਿੰਦੇ ਜਿਵੇਂ ਕੋਲਾ ਤੇ ਪੈਟਰੋਲੀਅਮ ਜਿਹੜੇ ਨੇ ਜੇ ਇੱਕ ਵਾਰ ਖਤਮ ਹੋ ਗਏ ਤਾਂ ਦੁਬਾਰਾ ਪ੍ਰਾਪਤ ਨਹੀਂ ਹੋਣਗੇ। ਇੱਕ ਅਨੁਮਾਨ ਦੇ ਅਨੁਸਾਰ ਜੇਕਰ ਇਹ ਪਥਰਾਟ ਬਾਲਣ ਇਸੇ ਹੀ ਗਤੀ ਨਾਲ ਵਰਤੇ ਗਏ, ਕਹਿੰਦੇ ਵੀ ਇੱਕ ਅਨੁਮਾਨ ਲਗਾਇਆ ਗਿਆ ਕਿ ਜਿਹੜੇ ਪਥਰਾਟ ਬਾਲਣ ਨੇ ਕੋਲਾ ਤੇ ਪੈਟਰੋਲੀਅਮ ਇਸੇ ਸਪੀਡ ਦੇ ਨਾਲ ਜੇ ਯੂਜ਼ ਕੀਤੇ ਗਏ ਤਾਂ ਲਗਭਗ 80% ਪਥਰਾਟ ਬਾਲਣ ਇੱਕ ਸਦੀ ਵਿੱਚ ਖਤਮ ਹੋ ਜਾਣਗੇ। ਇਸ ਲਈ ਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਦਾ ਆਨੰਦ ਮਾਣ ਸਕਣ। ਨੈਕਸਟ 5th ਨੰਬਰ ਤੇ ਹੈ ਜੀ ਆਪਣੇ ਕੋਲ ਇਹਨਾਂ 10 ਸਥਾਨਾਂ ਵਿੱਚੋਂ ਕੋਈ 7 ਭਾਰਤ ਦੇ ਖਾਕੇ ਵਿੱਚ ਅੰਕਿਤ ਕਰੋ। ਖਾਕਾ ਕੀ ਹੈ ਭਾਈ? ਖਾਕੇ ਦਾ ਮਤਲਬ ਕੀ ਹੈ ਜੀ? ਇੱਥੇ ਮੈਪ ਦੇ ਵਿੱਚ ਤੁਸੀਂ ਇਸ ਨੂੰ ਭਰਨਾ ਹੈ। ਇਹਨਾਂ ਵਿੱਚੋਂ ਇਹਨਾਂ 10 ਸਥਾਨਾਂ ਚੋਂ ਤੁਸੀਂ ਕੋਈ 7 ਜਿਹੜੇ ਨੇ ਉਹਦੇ ਵਿੱਚ ਭਰਨੇ ਨੇ। ਦੇਖੋ ਮੈਂ ਤੁਹਾਨੂੰ ਮੈਪ ਭਰਨ ਦਾ ਇੱਕ ਬਹੁਤ ਹੀ ਸੌਖਾ ਤਰੀਕਾ ਦੱਸਦਾ। ਤੁਹਾਨੂੰ ਇਸ ਦੇ ਆਨਸਰ ਵੀ ਪਤਾ ਹੋਣੇ ਚਾਹੀਦੇ ਨੇ ਕਿ ਕਾਲੀ ਮਿੱਟੀ ਵਾਲਾ ਪ੍ਰਾਂਤ ਕਿਹੜਾ ਹੈ, ਸੋਨਾ ਉਤਪਾਦਨ ਦਾ ਸਥਾਨ ਕਿਹੜਾ ਹੈ, ਠੀਕ ਹੈ ਜੀ। ਫਿਰ ਇਸ ਦਾ ਪ੍ਰਾਂਤ ਦਾ ਨਾਮ ਦੱਸ ਕੇ ਤੁਸੀਂ ਉਸ ਨੂੰ ਮੈਪ ਦੇ ਵਿੱਚ ਵੀ ਸ਼ੋ ਕਰਨਾ ਹੈ। ਦੇਖੋ ਇਹ ਸਾਡੇ ਸਾਹਮਣੇ ਮੈਪ ਹੈ ਜੀ। ਇਸ ਦੇ ਵਿੱਚ ਮੈਂ ਦੇਖੋ ਇਹ ਤੁਹਾਨੂੰ ਇੱਕ ਨਿਸ਼ਾਨੀਆਂ ਦਿਖ ਰਹੀਆਂ ਹੋਣਗੀਆਂ, ਜਿਸ ਤਰ੍ਹਾਂ ਇੱਥੇ ਪਲੱਸ ਪਾਇਆ ਹੋਇਆ, ਇੱਥੇ ਰਾਉਂਡ ਲਗਾਇਆ ਹੋਇਆ, ਇੱਥੇ ਕੋਈ ਹੋਰ ਨਿਸ਼ਾਨ ਇਸ ਤਰ੍ਹਾਂ ਦਾ ਬਣਾਇਆ ਹੋਇਆ। ਤੁਸੀਂ ਇਸ ਤਰੀਕੇ ਦੇ ਨਿਸ਼ਾਨ ਜਿਹੜੇ ਨੇ ਉਹ ਬਣਾ ਲੈਣੇ ਤਾਂ ਜੋ ਮਤਲਬ ਕਿ ਉੱਥੇ ਅਸੀਂ ਸ਼ੋਅ ਕਰ ਸਕੀਏ ਕਿ ਅਸੀਂ ਕਿਸ ਨੂੰ ਕਿਹੜੇ ਕੁਐਸਚਨ ਦਾ ਅਸੀਂ ਆਨਸਰ ਇੱਥੇ ਮੈਪ ਦੇ ਵਿੱਚ ਦੇ ਰਹੇ ਹਾਂ। ਜਿੱਦਾਂ ਦੇਖੋ ਇੱਥੇ ਕਾਲੀ ਮਿੱਟੀ ਵਾਲਾ ਪ੍ਰਾਂਤ ਹੈ ਤਾਂ ਅਸੀਂ ਇੱਥੇ ਪਲੱਸ ਦਾ ਨਿਸ਼ਾਨ ਬਣਾ ਲਿਆ ਤੇ ਕਾਲੀ ਮਿੱਟੀ ਵਾਲਾ ਪ੍ਰਾਂਤ ਦਾ ਆਨਸਰ ਕੀ ਹੈ ਸਾਡੇ ਕੋਲ? ਦੇਖੋ ਜੀ ਮਹਾਰਾਸ਼ਟਰ, ਇਹਦਾ ਆਨਸਰ ਹੈ ਮਹਾਰਾਸ਼ਟਰ। ਤਾਂ ਇਸ ਤਰ੍ਹਾਂ ਅਸੀਂ ਇਸ ਦੇ ਵਿੱਚ ਪਲੱਸ ਪਾ ਕੇ ਇਸ ਨੂੰ ਫਿਲ ਕਰ ਦਿੱਤਾ ਤਾਂ ਜੋ ਚੈਕਰ ਨੂੰ ਪਤਾ ਲੱਗ ਜਾਏ ਕਿ ਇਹ ਜਿਹੜਾ ਇਸਨੇ ਮਹਾਰਾਸ਼ਟਰ ਦਾ ਸਥਾਨ ਜਿਹੜਾ ਇਸ ਤਰੀਕੇ ਨਾਲ ਸ਼ੋ ਆਫ ਕੀਤਾ। ਨੈਕਸਟ ਸਾਡੇ ਕੋਲ ਹੈ ਜੀ ਸੋਨਾ ਉਤਪਾਦਨ ਦਾ ਇੱਕ ਸਥਾਨ। ਤਾਂ ਇਹ ਕਿਹੜਾ ਜੀ? ਇੱਥੇ ਆਪਣੇ ਕੋਲ ਦੇਖੋ ਇਹ ਰਾਉਂਡ ਮਾਰੇ ਹੋਏ ਨੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਭਰਿਆ ਹੋਇਆ ਸੀ? ਇੱਥੇ ਕਰਨਾਟਕ। 3rd ਨੰਬਰ ਤੇ ਆ ਦੱਖਣੀ ਭਾਰਤ ਦਾ ਚਾਹ ਉਤਪਾਦਕ ਇਲਾਕਾ। ਤਾਂ ਇੱਥੇ ਕਿਹੜਾ ਆਨਸਰ ਹੈ ਜੀ? ਆਪਣੇ ਕੋਲ ਤਾਮਿਲਨਾਡੂ। ਨੈਕਸਟ ਹੈ ਜੀ ਆਪਣੇ ਕੋਲ ਭੋਪਾਲ ਸ਼ਹਿਰ ਦੀ ਸਥਿਤੀ। ਭੋਪਾਲ ਸ਼ਹਿਰ ਇਹ ਦੇਖੋ ਤੁਹਾਨੂੰ ਇੱਥੇ ਸ਼ੋ ਹੋ ਰਿਹਾ ਹੋਊਗਾ ਇਹ ਕਿੱਥੇ ਆ? ਭੋਪਾਲ ਸ਼ਹਿਰ ਮੱਧ ਪ੍ਰਦੇਸ਼ ਦੇ ਵਿੱਚ ਹੈ। ਤੁਸੀਂ ਇਸ ਨੂੰ ਇੱਥੇ ਸ਼ੋ ਕਰਨਾ। ਨੈਕਸਟ ਆਪਣੇ ਕੋਲ ਰਾਜਸਥਾਨ ਦੇ ਵਿੱਚ ਅਬਰਕ ਉਤਪਾਦਨ, ਇਸ ਦਾ ਇਲਾਕਾ ਕਿਹੜਾ ਜੀ? ਆਪਣੇ ਕੋਲ ਇਹ ਇਲਾਕਾ ਹੈਗਾ ਜੈਪੁਰ ਦਾ। ਤਾਂ ਅਸੀਂ ਰਾਜਸਥਾਨ ਦੇ ਵਿੱਚ ਦੇਖੋ ਜੈਪੁਰ ਦਿਖਾਣਾ ਹੈ ਤਾਂ ਅਸੀਂ ਜੈਪੁਰ ਨੂੰ ਇਸ ਤਰੀਕੇ ਨਾਲ ਰਾਉਂਡ ਮਾਰ ਕੇ ਮਾਰਕ ਕਰ ਦੇਣਾ ਕਿ ਇੱਥੇ ਜੈਪੁਰ ਹੈ। ਫਿਰ ਨੈਕਸਟ ਹੈ ਜੀ ਆਪਣੇ ਕੋਲ ਬ੍ਰਹਮਪੁੱਤਰ ਦਰਿਆ। ਬ੍ਰਹਮਪੁੱਤਰ ਦਰਿਆ ਨੂੰ ਦੇਖੋ ਇਸ ਤਰੀਕੇ ਨਾਲ ਅਸੀਂ ਰਿਪਰੈਜ਼ੈਂਟ ਕੀਤਾ ਤੇ ਇਹ ਲਾਈਨ ਜਿਹੜੀ ਆ ਤੁਸੀਂ ਬਲੈਕ ਡੋਟ ਵਾਲੀ ਜਿਹੜੀ ਆ ਉਹ ਤੁਸੀਂ ਇਹ ਦੇਖ ਸਕਦੇ ਹੋ। ਇਹ ਸਾਰਾ ਕੀ ਆ? ਇਹ ਬ੍ਰਹਮਪੁੱਤਰ ਦਰਿਆ ਹੈ। ਨੈਕਸਟ ਹੈ ਜੀ ਆਪਣੇ ਕੋਲ ਡੈਲਟਾ ਬਨਸਪਤੀ। ਡੈਲਟਾ ਬਨਸਪਤੀ ਨੂੰ ਇੱਥੇ ਦੇਖੋ ਮੈਪ ਦੇ ਵਿੱਚ ਇੱਥੇ ਦਿਖਾਇਆ ਹੈ। ਇਸਦਾ ਨਾਮ ਕੀ ਹੈ ਇੱਥੇ? ਇਹ ਕਿੱਥੇ ਹੈ ਜੀ? ਡੈਲਟਾ ਬਨਸਪਤੀ ਇਹ ਹੈਗੀ ਹੈ ਕ੍ਰਿਸ਼ਨਾ ਨਦੀ ਤੇ। ਨੈਕਸਟ ਹੈ ਜੀ ਆਪਣੇ ਕੋਲ ਛੱਤੀਸਗੜ੍ਹ। ਛੱਤੀਸਗੜ੍ਹ ਦਾ ਦੇਖੋ ਇਹ ਦਿਖ ਰਿਹਾ ਤੁਹਾਨੂੰ ਇੱਥੇ
ਛੱਤੀਸਗੜ੍ਹ ਦਾ ਸਥਾਨ। ਨੈਕਸਟ ਆ ਜੀ ਆਪਣੇ ਕੋਲ ਗया ਬਿਹਾਰ ਦੀ ਸਥਿਤੀ। ਬਿਹਾਰ ਹੈਗਾ ਜੀ ਭਾਰਤ ਦੇ ਨਕਸ਼ੇ ਵਿੱਚ, ਦੇਖੋ ਇਸ ਸਥਾਨ ਤੇ ਇਹ ਬਿਹਾਰ ਹੈ ਇੱਥੇ। ਨੈਕਸਟ ਲਾਸਟ ਵਿੱਚ ਆ ਭਾਖੜਾ ਡੈਮ ਦਾ ਸਥਾਨ। ਤਾਂ ਭਾਖੜਾ ਡੈਮ ਕਿੱਥੇ ਹੈ ਜੀ, ਦੇਖੋ ਇਹ ਪੰਜਾਬ ਦੇ ਵਿੱਚ ਇਸ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਹੋਇਆ। ਭਾਖੜਾ ਡੈਮ ਪੰਜਾਬ ਦੇ ਵਿੱਚ ਹੈ ਤੇ ਇਸ ਨੂੰ ਪੰਜਾਬ ਦੇ ਵਿੱਚ ਤੁਸੀਂ ਇੱਥੇ ਰਿਪਰੈਜ਼ੈਂਟ ਕੀਤਾ ਹੋਇਆ। ਇਸ ਨੂੰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਵੀ ਆਪਣੇ ਕੋਲ ਰੱਖ ਸਕਦੇ ਹੋ। ਇਹ ਮੈਂ ਤੁਹਾਨੂੰ ਇੱਥੇ ਜ਼ੂਮ ਕਰਕੇ ਦਿਖਾ ਰਿਹਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਵੀ ਕਿਸ ਤਰੀਕੇ ਨਾਲ ਅਸੀਂ ਇੱਥੇ ਨਿਸ਼ਾਨ ਲਗਾਏ ਹੋਏ ਨੇ। ਇਹ ਸਾਰੇ ਨਿਸ਼ਾਨ ਤੁਸੀਂ ਇਸ ਤਰੀਕੇ ਦੇ ਨਾਲ ਹੀ ਲਗਾਣੇ ਨੇ ਤਾਂ ਜੋ ਚੈਕਰ ਨੂੰ ਆਸਾਨੀ ਹੋਵੇ ਕਿ ਤੁਸੀਂ ਕਿਹੜਾ ਸਥਾਨ ਨੂੰ ਕਿਸ ਤਰੀਕੇ ਨਾਲ ਭਰ ਰਹੇ ਹੋ। ਨੈਕਸਟ ਆਪਣੇ ਕੋਲ ਭਾਗ ਜਿਹੜੀ ਹੈ ਜੀ ਇਤਿਹਾਸ ਦੀ। ਇਹਦੇ ਵਿੱਚ ਪ੍ਰਸ਼ਨ ਨੰਬਰ 6 ਹੈ। ਇਹਦੇ ਵਿੱਚ ਪਹਿਲਾ ਪਾਰਟ ਹੈ ਜੀ ਆਪਣੇ ਕੋਲ ਕੁਐਸਚਨ ਦਾ, ਹੈਕਟੇਅਰ ਭੂਮੀ ਦਾ ਰਕਬਾ ਨਾਪਣ ਦੀ ਇਕਾਈ ਹੈ। ਕਥਨ ਸਹੀ ਹੈ ਜਾਂ ਗਲਤ ਹੈ? ਬਿਲਕੁਲ ਸਹੀ ਹੈ ਜੀ। ਨੰਬਰ 2 ਤੇ ਹੈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਸਨ 1915 ਵਿੱਚ ਹੋਈ। ਇਹ ਕਥਨ ਸਹੀ ਹੈ ਜਾਂ ਗਲਤ ਹੈ? ਇਹ ਕਥਨ ਗਲਤ ਹੈ ਜੀ, ਕਿਉਂਕਿ ਇਸ ਦਾ ਆਨਸਰ ਕੀ ਹੈ, 1915 ਨਹੀਂ ਹੈ, ਇਹ ਕਿੰਨੇ ਵਿੱਚ 1875 ਈਸਵੀ ਦੇ ਵਿੱਚ ਹੋਈ ਸੀ। ਨੰਬਰ 3 ਆਪਣੇ ਕੋਲ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ ਸਨ 1829 ਵਿੱਚ ਡੈਸ਼ ਪ੍ਰਥਾ ਬੰਦ ਹੋ ਗਈ। ਕਿਹੜੀ ਪ੍ਰਥਾ ਬੰਦ ਹੋ ਗਈ ਜੀ? ਸਤੀ ਪ੍ਰਥਾ। ਨੰਬਰ 4 ਆਪਣੇ ਕੋਲ ਸਨ 1843 ਵਿੱਚ ਕਾਨੂੰਨ ਬਣਾ ਕੇ ਡੈਸ਼ ਪ੍ਰਥਾ ਬੰਦ ਕੀਤੀ ਗਈ। ਤਾਂ ਇੱਥੇ ਆਨਸਰ ਆਏਗਾ ਜੀ ਇਸ ਦਾ ਗੁਲਾਮੀ ਦੀ ਪ੍ਰਥਾ ਜਿਹੜੀ ਹੈ ਉਹ ਬੰਦ ਕੀਤੀ ਗਈ। ਨੈਕਸਟ ਪ੍ਰਸ਼ਨ ਨੰਬਰ 7 ਹੈ ਜੀ ਆਪਣੇ ਕੋਲ। ਇਹਦੇ ਵਿੱਚ ਫਸਟ ਨੰਬਰ ਹੈ ਗਾਂਧੀ ਜੀ ਨੇ ਕਥਿਤ ਨੀਵੀਂ ਜਾਤੀ ਦੇ ਲੋਕਾਂ ਲਈ ਕਿਹੜਾ ਲਫ਼ਜ਼ ਵਰਤਿਆ ਤੇ ਉਸ ਦਾ ਭਾਵ ਕੀ ਹੈ? ਆਨਸਰ ਹੈ ਜੀ ਇਸ ਦਾ ਗਾਂਧੀ ਜੀ ਨੇ ਕਥਿਤ ਨੀਵੀਂ ਜਾਤ ਦੇ ਲੋਕਾਂ ਲਈ ਹਰੀਜਨ ਸ਼ਬਦ ਵਰਤਿਆ ਸੀ, ਜੋ ਮੋਹਨਦਾਸ ਗਾਂਧੀ ਦੁਆਰਾ ਦਲਿਤਾਂ ਦੇ ਭਾਈਚਾਰੇ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ। ਉਸ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਅਛੂਤ ਕਿਹਾ ਜਾਂਦਾ ਸੀ। ਕਹਿੰਦੇ ਪਹਿਲਾਂ ਇਹਨਾਂ ਨੂੰ ਅਛੂਤ ਕਿਹਾ ਜਾਂਦਾ ਸੀ, ਫਿਰ ਗਾਂਧੀ ਜੀ ਨੇ ਇਸ ਨੂੰ ਹਰੀਜਨ ਕਹਿਣਾ ਸ਼ੁਰੂ ਕੀਤਾ। ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਅਛੂਤ ਕਹਿਣਾ ਸਹੀ ਨਹੀਂ ਹੈ ਅਤੇ ਉਹਨਾਂ ਨੂੰ ਹਰੀਜਨ ਵਜੋਂ ਸੰਬੋਧਿਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਅਰਥ ਹੈ ਰੱਬ ਦੇ ਬੱਚੇ। ਨੈਕਸਟ ਕੁਐਸਚਨ ਆਪਣੇ ਕੋਲ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਆਨਸਰ ਹੈ ਜੀ ਇਸ ਦਾ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਾਰਨਵਾਲਿਸ ਨੂੰ ਮੰਨਿਆ ਜਾਂਦਾ ਹੈ। ਇਸ ਨੂੰ ਭਾਰਤੀ ਸਿਵਲ ਸੇਵਾਵਾਂ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਨੈਕਸਟ ਹੈ ਜੀ ਆਪਣੇ ਕੋਲ ਪ੍ਰਸ਼ਨ ਨੰਬਰ 8। ਇਸ ਦੇ ਵਿੱਚ ਹਰ ਇੱਕ ਕੁਐਸਚਨ ਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਹੋਈ ਹੈ। 3 ਨੰਬਰ ਦਾ ਕੁਐਸਚਨ ਹੋਏਗਾ, 4 ਤੁਹਾਨੂੰ ਕੁਐਸਚਨ ਆਉਣਗੇ। ਕੁਐਸਚਨ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਇੱਕ ਵਾਰੀ। ਫਸਟ ਕੁਐਸਚਨ ਹੈ ਜੀ ਆਪਣੇ ਕੋਲ ਰੈਗੂਲੇਟਰੀ ਐਕਟ ਤੋਂ ਕੀ ਭਾਵ ਹੈ, ਵਿਸਤਾਰ ਵਿੱਚ ਲਿਖੋ। ਤਾਂ ਆਨਸਰ ਹੈ ਜੀ ਇਸ ਦਾ ਅੰਗਰੇਜ਼ੀ ਈਸਟ ਕੰਪਨੀ ਨੇ ਇਹ ਐਕਟ 1773 ਦੇ ਈਸਵੀ ਦੇ ਵਿੱਚ ਸ਼ੁਰੂ ਕੀਤਾ ਸੀ। ਨੰਬਰ 2 ਆਪਣੇ ਕੋਲ ਬਰਤਾਨਵੀ ਪਾਰਲੀਮੈਂਟ ਦੁਆਰਾ ਬੰਗਾਲ ਵਿੱਚ ਈਸਟ ਇੰਡੀਆ ਕੰਪਨੀ ਦੇ ਇਲਾਕਿਆਂ ਨੂੰ ਕੰਟਰੋਲ ਕਰਨ ਲਈ ਇਹ ਐਕਟ ਪਾਸ ਕੀਤਾ ਗਿਆ। ਨੰਬਰ 3 ਤੇ ਬੰਗਾਲ ਵਿੱਚ ਇੱਕ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਇੱਕ ਕੌਂਸਲ ਸਥਾਪਿਤ ਕੀਤੀ ਗਈ। ਨੰਬਰ 4 ਤੇ ਇਸ ਨੂੰ ਸ਼ਾਸਨ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਨੈਕਸਟ ਜਾਂ ਆਪਣੇ ਕੋਲ ਦੂਜਾ ਕੁਐਸਚਨ ਕੀ ਹੈ, 19ਵੀਂ ਸਦੀ ਵਿੱਚ ਔਰਤਾਂ ਦੀ ਸਥਿਤੀ ਬਾਰੇ ਦੱਸੋ। ਆਨਸਰ ਕੀ ਹੈ ਜੀ ਆਪਣੇ ਕੋਲ 19ਵੀਂ ਸਦੀ ਵਿੱਚ ਔਰਤਾਂ ਦੀ ਹਾਲਤ ਸਮਾਜ ਵਿੱਚ ਬਹੁਤ ਮਾੜੀ ਸੀ, ਕਿਉਂਕਿ ਉਸਦੇ ਸਾਰੇ ਫੈਸਲੇ ਉਸਦੇ ਪਿਤਾ, ਭਰਾ, ਪਤੀ ਅਤੇ ਬਾਅਦ ਵਿੱਚ ਉਸਦੇ ਪੁੱਤਰ ਦੁਆਰਾ ਲਏ ਜਾਂਦੇ ਸਨ। ਔਰਤਾਂ ਨੂੰ ਭਾਵੁਕ ਅਤੇ ਕਮਜ਼ੋਰ ਸਮਝਿਆ ਜਾਂਦਾ ਸੀ। ਉਹਨਾਂ ਨੂੰ ਕੁਝ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਸਿਰਫ ਬੱਚਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੀ। ਵਿਧਵਾਵਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ ਸੀ ਅਤੇ ਉਹਨਾਂ ਨੂੰ ਆਪਣੇ ਪਤੀ ਦੇ ਅੰਤਿਮ ਸੰਸਕਾਰ ਤੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਪ੍ਰਣਾਲੀ ਨੂੰ ਸਤੀ ਪ੍ਰਥਾ ਵੀ ਕਿਹਾ ਜਾਂਦਾ ਹੈ। ਸਤੀ ਪ੍ਰਥਾ ਵਾਲੇ ਪਹਿਲਾਂ ਵੀ ਕੁਐਸਚਨ ਆ ਚੁੱਕੇ ਆ। ਨੈਕਸਟ ਕੁਐਸਚਨ ਆਪਣੇ ਕੋਲ ਪਲਾਸੀ ਦੀ ਲੜਾਈ ਦਾ ਇੱਕ ਨੋਟ ਲਿਖੋ। ਆਨਸਰ ਹੈ ਜੀ ਆਪਣੇ ਕੋਲ ਪਲਾਸੀ ਦੀ ਲੜਾਈ ਸਿਰਾਜੁਦੋਲਾ ਅਤੇ ਰਾਬਰਟ ਕਲਾਈਵ ਦੀਆਂ ਬ੍ਰਿਟਿਸ਼ ਫੌਜਾਂ ਵਿਚਕਾਰ ਲੜੀ ਗਈ ਸੀ। ਇਹ ਮੁਰਸ਼ਿਦਾਬਾਦ ਨੇੜੇ ਪਲਾਸੀ ਵਿਖੇ 23 ਜੂਨ 1757 ਨੂੰ ਲੜੀ ਗਈ ਸੀ। ਇਸ ਲੜਾਈ ਵਿੱਚ ਬੰਗਾਲ ਦਾ ਨਵਾਬ ਹਾਰ ਗਿਆ ਸੀ। ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣੇ। ਅੰਗਰੇਜ਼ਾਂ ਲਈ ਭਾਰਤ ਦੀ ਜਿੱਤ ਦਾ ਰਾਹ ਖੁੱਲ ਗਿਆ। ਨੈਕਸਟ ਜਾਂ ਦੇ ਵਿੱਚ ਕੁਐਸਚਨ ਆਪਣੇ ਕੋਲ 1857 ਈਸਵੀ ਦੇ ਵਿਦਰੋਹ ਦੀ ਸਫਲਤਾ ਦੇ ਕਾਰਨਾਂ ਨੂੰ ਲਿਖੋ। ਆਨਸਰ ਹੈ ਜੀ ਬਗਾਵਤ ਦੀ ਸਫਲਤਾ ਲਈ ਕਈ ਕਾਰਨ ਜ਼ਿੰਮੇਵਾਰ ਸਨ। ਨੰਬਰ 1 ਆਪਣੇ ਕੋਲ ਵਿਦਰੋਹ ਦੀ ਸ਼ੁਰੂਆਤ ਦੀ ਮਿਤੀ 31 ਮਈ 1857 ਨੂੰ ਨਿਰਧਾਰਿਤ ਕੀਤੀ ਗਈ ਸੀ, ਪਰ ਇਹ ਆਪਣੇ ਸਮੇਂ ਤੋਂ ਪਹਿਲਾਂ 29 ਮਾਰਚ 1857 ਨੂੰ ਸ਼ੁਰੂ ਹੋ ਗਈ ਸੀ। ਨੰਬਰ 2 ਤੇ ਹੈ ਜੀ ਵਿਦਰੋਹੀਆਂ ਅਤੇ ਭਾਰਤੀ ਹਾਕਮਾਂ ਵਿੱਚ ਏਕਤਾ ਦੀ ਘਾਟ ਸੀ। ਨੰਬਰ 3 ਤੇ ਸਿੱਖ ਅਤੇ ਗੋਰਖਾ ਸਿਪਾਹੀਆਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ। ਨੰਬਰ 4 ਤੇ ਪੁਆਇੰਟ ਹੈ ਬਗਾਵਤਾਂ ਕੋਲ ਘੱਟ, ਜਿਹੜੇ ਬਗਾਵਤ ਕਰਨ ਵਾਲੇ ਸੀ ਉਹਨਾਂ ਕੋਲ ਘੱਟ ਸਾਧਨ ਸਨ, ਜਦੋਂ ਕਿ ਅੰਗਰੇਜ਼ਾਂ ਕੋਲ
ਅਗਾਊਂ ਹਥਿਆਰ ਸਨ, मतलब कि ਉਹਨਾਂ ਕੋਲ ਜਿਹੜੇ ਤਕਨੀਕੀ ਹਥਿਆਰ ਜਿਹੜੇ ਮੌਜੂਦ ਸੀ। ਨੰਬਰ 3 ਤੇ ਕੁਐਸਚਨ ਆਪਣੇ ਕੋਲ ਅਖਬਾਰਾਂ ਅਤੇ ਰਸਾਲੇ ਇਤਿਹਾਸ ਦੀ ਸਿਰਜਣਾ ਵਿੱਚ ਕਿਵੇਂ ਮਦਦ ਕਰਦੇ ਹਨ? ਆਨਸਰ ਹੈ ਜੀ ਅਖਬਾਰਾਂ ਅਤੇ ਰਸਾਲੇ ਸਾਨੂੰ ਆਧੁਨਿਕ ਯੁੱਗ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੰਦੇ ਹਨ। ਅਖਬਾਰ ਇਤਿਹਾਸਕ ਖੋਜ ਲਈ ਲਾਭਦਾਇਕ ਪ੍ਰਾਇਮਰੀ ਸਰੋਤ ਵਜੋਂ ਕੰਮ ਕਰ ਸਕਦੇ ਹਨ। ਉਹ ਉਸ ਸਮੇਂ ਦੀ ਮਿਆਦ ਨੂੰ ਦਰਸਾਉਂਦੇ ਹਨ ਜਿਸ ਵਿੱਚ ਉਹ ਬਣਾਏ ਗਏ ਸਨ ਅਤੇ ਉਸ ਸਮੇਂ ਸਮਾਜ ਵਿੱਚ ਇੱਕ ਝਲਕ ਪ੍ਰਦਾਨ ਕਰਦੇ ਹਨ। ਹਾਲਾਂਕਿ ਕੁਝ ਸਥਾਨਕ ਅਖਬਾਰ ਡਿਜੀਟਲ ਰੂਪ ਵਿੱਚ ਵੀ ਉਪਲਬਧ ਹਨ, ਇਸ ਤਰ੍ਹਾਂ ਉਹ ਇਤਿਹਾਸ ਲਿਖਣ ਵਿੱਚ ਮਦਦਗਾਰ ਹੁੰਦੇ ਹਨ। ਨੈਕਸਟ ਜਾਂ ਦੇ ਵਿੱਚ ਕੁਐਸਚਨ ਆਪਣੇ ਕੋਲ ਪੱਛਮੀ ਸਿੱਖਿਆ ਪ੍ਰਣਾਲੀ ਦੇ ਭਾਰਤ ਤੇ ਕੀ ਪ੍ਰਭਾਵ ਸਨ? ਤਾਂ ਆਨਸਰ ਹੈ ਜੀ ਨੰਬਰ 1 ਤੇ ਅੰਗਰੇਜ਼ੀ ਇੱਕ ਆਮ ਭਾਸ਼ਾ ਬਣ ਗਈ। ਨੰਬਰ 2 ਤੇ ਭਾਰਤ ਵਿੱਚ ਅਭਿਆਸ ਵਿੱਚ ਮੰਤਰੀ ਕਲਚਰ ਆਇਆ। ਨੰਬਰ 3 ਤੇ ਮਹਿੰਗੀ ਸਿੱਖਿਆ ਕਾਰਨ ਜ਼ਿਆਦਾਤਰ ਭਾਰਤੀ ਅਨਪੜ੍ਹ ਹੀ ਰਹੇ। ਨੰਬਰ 4 ਤੇ ਭਾਰਤੀ ਭਾਸ਼ਾਵਾਂ ਦਾ ਵਿਕਾਸ ਨਹੀਂ ਹੋ ਸਕਿਆ। ਨੰਬਰ 5 ਤੇ ਹੈ ਜੀ ਸਮਾਜ ਵਿੱਚੋਂ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਨੰਬਰ 6 ਤੇ ਆ ਭਾਰਤੀਆਂ ਨੇ ਦੂਜੇ ਦੇਸ਼ਾਂ ਦੇ ਇਤਿਹਾਸ ਦਾ ਅਧਿਐਨ ਕੀਤਾ ਅਤੇ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਨੰਬਰ 7 ਤੇ ਹੈ ਜੀ ਨਵੇਂ ਸਮਾਜਿਕ ਅਤੇ ਧਾਰਮਿਕ ਸੁਧਾਰ ਛੇਤੀ ਹੀ ਉੱਭਰ ਕੇ ਸਾਹਮਣੇ ਆਏ। ਨੈਕਸਟ 4 ਨੰਬਰ ਤੇ ਕੁਐਸਚਨ ਆਪਣੇ ਕੋਲ ਨੀਲ ਵਿਦਰੋਹ ਤੇ ਇੱਕ ਨੋਟ ਲਿਖੋ। ਆਨਸਰ ਹੈ ਜੀ ਦਾ ਸਤੰਬਰ 1858 ਵਿੱਚ ਪਰੇਸ਼ਾਨ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਨੀਲ ਨਾ ਉਗਾਉਣ ਦਾ ਫੈਸਲਾ ਕਰਕੇ ਬਾਗਬਾਨਾਂ ਵਿਰੁੱਧ ਬਗਾਵਤ ਕਰ ਦਿੱਤੀ। ਬਗਾਵਤ ਦੀ ਇਹ ਪਹਿਲੀ ਘਟਨਾ ਸਤੰਬਰ 1859 ਵਿੱਚ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਗੋਬਿੰਦਪੁਰ ਪਿੰਡ ਵਿੱਚ ਵਾਪਰੀ। ਸਥਾਨਕ ਆਗੂਆਂ ਦਿਗੰਬਰ ਵਿਸ਼ਵਾਸ ਅਤੇ ਵਿਸ਼ਨੂੰ ਵਿਸ਼ਵਾਸ ਦੀ ਅਗਵਾਈ ਹੇਠ ਕਿਸਾਨਾਂ ਨੇ ਨੀਲ ਦੀ ਖੇਤੀ ਕਰਨੀ ਬੰਦ ਕਰ ਦਿੱਤੀ। ਨੈਕਸਟ ਜਾਂ ਦੇ ਵਿੱਚ ਕੁਐਸਚਨ ਆਪਣੇ ਕੋਲ ਨਾਮਧਾਰੀ ਲਹਿਰ ਕਦੋਂ, ਕਿੱਥੇ ਤੇ ਕਿਸ ਨੇ ਚਲਾਈ ਸੀ? ਆਨਸਰ ਹੈ ਜੀ ਇਸ ਦਾ ਨਾਮਧਾਰੀ ਅੰਦੋਲਨ ਦੀ ਸਥਾਪਨਾ 13 ਅਪ੍ਰੈਲ 1857 ਈਸਵੀ ਨੂੰ ਭੈਣੀ ਸਾਹਿਬ ਲੁਧਿਆਣਾ ਵਿਖੇ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਚਲਾਈ ਗਈ ਜਾਂ ਕੀਤੀ ਗਈ। ਸਰਕਾਰ ਦੁਆਰਾ ਕਿਸਾਨਾਂ ਨੂੰ ਰੋਕਣ ਦੇ ਸਾਰੇ ਯਤਨ ਅਸਫਲ ਰਹੇ। ਪਹਿਲਾ ਕੁਐਸਚਨ ਹੈ ਜੀ ਆਪਣੇ ਕੋਲ ਪ੍ਰਸਤਾਵਨਾ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਹੈ, ਕਥਨ ਸਹੀ ਹੈ ਜਾਂ ਗਲਤ ਹੈ? ਇਹ ਗਲਤ ਹੈ ਜੀ ਬਿਲਕੁਲ। ਸੈਕਿੰਡ ਨੰਬਰ ਤੇ ਆਪਣੇ ਕੋਲ ਸਿੱਖਿਆ ਦਾ ਹੱਕ ਮੌਲਿਕ ਅਧਿਕਾਰ ਹੈ, ਕਥਨ ਸਹੀ ਹੈ ਜਾਂ ਗਲਤ ਹੈ? ਇਹ ਸਹੀ ਹੈ ਜੀ। ਵਿੱਤ ਬਿੱਲ ਸਿਰਫ ਡੈਸ਼ ਸਦਨ ਵਿੱਚ ਪੇਸ਼ ਕੀਤਾ ਜਾਂਦਾ ਹੈ, ਕਿਹੜੇ ਸਦਨ ਪੇਸ਼ ਕੀਤਾ ਜਾਂਦਾ ਹੈ ਜੀ? ਲੋਕ ਸਭਾ ਸਦਨ ਦੇ ਵਿੱਚ। ਲਾਸਟ ਵਿੱਚ ਆਪਣੇ ਕੋਲ ਭਾਰਤ ਦੇ ਪ੍ਰਥਮ ਰਾਸ਼ਟਰਪਤੀ ਕੌਣ ਸਨ? ਇਹਨਾਂ ਦਾ ਨਾਮ ਸੀਗਾ ਜੀ ਆਪਣੇ ਕੋਲ ਡਾਕਟਰ ਰਜਿੰਦਰਾ ਪ੍ਰਸਾਦ। ਨੈਕਸਟ 10 ਨੰਬਰ ਤੇ ਕੁਐਸਚਨ ਆਪਣੇ ਕੋਲ ਦੋ ਕੁਐਸਚਨ ਹੋਣਗੇ ਤੁਹਾਡੇ ਕੋਲ ਇੱਥੇ। ਹਰੇਕ ਪ੍ਰਸ਼ਨ ਜਿਹੜਾ 2 ਨੰਬਰ ਦਾ ਹੋਏਗਾ। ਨੰਬਰ 1 ਆ ਸਾਡੇ ਕੋਲ ਕਾਨੂੰਨ ਦਾ ਕੀ ਮਹੱਤਵ ਹੁੰਦਾ ਹੈ। ਨੰਬਰ 2 ਤੇ ਹੈ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਛੂਤ-ਛਾਤ ਤੋਂ ਛੁਟਕਾਰਾ ਮਿਲਿਆ ਹੈ? ਆਨਸਰ ਹੈ ਜੀ ਇਸ ਦਾ ਕਾਨੂੰਨ ਅੰਗਰੇਜ਼ੀ ਸ਼ਬਦ ਲਾ ਤੋਂ ਬਣਿਆ ਹੈ। ਕਾਨੂੰਨ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਨਾਗਰਿਕ ਜੀਵਨ ਜਿਉਣ ਲਈ ਕਾਨੂੰਨ ਬਹੁਤ ਜ਼ਰੂਰੀ ਹੈ। ਸਾਨੂੰ ਕਿਸੇ ਵੀ ਸੰਸਥਾ ਨੂੰ ਕੰਟਰੋਲ ਕਰਨ ਲਈ ਕਾਨੂੰਨ ਦੀ ਲੋੜ ਹੁੰਦੀ ਹੈ। ਨੈਕਸਟ ਕੁਐਸਚਨ ਸੀਗਾ ਜੀ ਆਪਣੇ ਕੋਲ ਕਿਸ ਨਿਯਮ ਦੁਆਰਾ ਛੂਤ-ਛਾਤ ਨੂੰ ਦੂਰ ਕੀਤਾ ਗਿਆ ਹੈ? ਆਨਸਰ ਹੈ ਜੀ ਇਸ ਦਾ ਧਾਰਾ 17। ਨੈਕਸਟ ਤੁਹਾਡੇ ਕੋਲ ਲਾਸਟ ਦੇ ਵਿੱਚ 11ਵਾਂ ਪ੍ਰਸ਼ਨ ਹੋਏਗਾ ਜਿਸ ਦੇ ਵਿੱਚ ਤੁਹਾਡੇ ਕੋਲ 2 ਕੁਐਸਚਨ ਦਿੱਤੇ ਹੋਣਗੇ ਤੇ ਉਹਨਾਂ ਦੇ ਵਿੱਚ ਜਾਂ ਦੀ ਆਪਸ਼ਨ ਵੀ ਹੋਏਗੀ। ਹਰ ਕੁਐਸਚਨ ਜਿਹੜਾ ਤੁਹਾਡੇ ਕੋਲ 3 ਨੰਬਰ ਦਾ ਹੋਏਗਾ। ਭਾਰਤ ਦਾ ਸੰਵਿਧਾਨ ਕਿਵੇਂ ਤਿਆਰ ਕੀਤਾ ਗਿਆ ਸੀ? ਤਾਂ ਆਨਸਰ ਹੈ ਜੀ ਇਸ ਦਾ BR ਅੰਬੇਦਕਰ ਜੀ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਦਾ ਅਧਿਐਨ ਕੀਤਾ ਅਤੇ ਸ਼ਾਮਿਲ ਕੀਤਾ ਗਿਆ। ਭਾਰਤੀ ਸੰਵਿਧਾਨ ਨੂੰ ਪੂਰਾ ਕਰਨ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ। ਨੈਕਸਟ ਜਾਂ ਦੇ ਵਿੱਚ ਕੁਐਸਚਨ ਆਪਣੇ ਕੋਲ ਭਾਰਤ ਦੇ ਲੋਕਤੰਤਰ ਤੇ ਜਾਤੀਵਾਦ ਦਾ ਕੀ ਪ੍ਰਭਾਵ ਹੈ? ਤਾਂ ਆਨਸਰ ਹੈ ਜੀ ਇਸ ਦਾ ਨੰਬਰ 1 ਪੁਆਇੰਟ ਹੈ ਜਾਤ ਦੇ ਆਧਾਰ ਤੇ ਸਿਆਸੀ ਪਾਰਟੀਆਂ ਬਣਾਈਆਂ ਜਾ ਰਹੀਆਂ ਹਨ। ਨੰਬਰ 2 ਪੁਆਇੰਟ ਆਪਣੇ ਕੋਲ ਚੋਣਾਂ ਦੌਰਾਨ ਜਾਤ ਦੇ ਆਧਾਰ ਤੇ ਵੀ ਵੋਟਾਂ ਮੰਗੀਆਂ ਜਾਂਦੀਆਂ ਹਨ। ਨੰਬਰ 3 ਹੈ ਜੀ ਆਪਣੇ ਕੋਲ ਹਿੰਸਾ ਅਤੇ ਦੰਗੇ ਜਾਤ ਦੇ ਆਧਾਰ ਤੇ ਹੀ ਹੁੰਦੇ ਹਨ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਸੰਵਿਧਾਨ ਵਿੱਚ ਕਿਹੜੇ ਮੌਲਿਕ ਅਧਿਕਾਰ ਸ਼ਾਮਲ ਹਨ? ਤਾਂ ਆਨਸਰ ਹੈ ਜੀ ਆਪਣੇ ਕੋਲ ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਦੇ ਖਿਲਾਫ ਅਧਿਕਾਰ, ਧਰਮ ਦੀ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਐਂਡ ਲਾਸਟ ਪੁਆਇੰਟ ਆਪਣੇ ਕੋਲ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਨੈਕਸਟ ਜਾਂ ਦੇ ਵਿੱਚ ਆਪਣੇ ਕੋਲ ਲਾਸਟ ਕੁਐਸਚਨ ਹੈ ਅਪਰਾਧਿਕ ਮਾਮਲੇ ਕੀ ਹਨ? ਇਸ ਨੂੰ ਅਸੀਂ ਫੌਜਦਾਰੀ ਮੁਕੱਦਮੇ ਵੀ ਕਹਿ ਦਿੰਦੇ ਹਾਂ। ਸਿਵਲ ਅਤੇ ਫੌਜਦਾਰੀ ਕੇਸਾਂ ਦੇ ਵਿੱਚ ਕੀ ਅੰਤਰ ਹੈ? ਆਨਸਰ ਹੈ ਜੀ ਇਸ ਦਾ ਅਪਰਾਧਿਕ ਮਾਮਲੇ ਇਹ ਕੇਸ ਲੜਾਈਆਂ ਝਗੜਿਆਂ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਸੰਬੰਧਿਤ ਹਨ। ਜੇਕਰ ਕੋਈ ਸਰੀਰਕ ਸੱਟ ਸਰੀਰ ਦੇ ਕਿਸੇ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ ਤਾਂ ਅਜਿਹੇ ਮਾਮਲਾ ਨੂੰ ਅਪਰਾਧਿਕ ਮਾਮਲਾ ਮੰਨਿਆ ਜਾਂਦਾ ਹੈ। ਨੈਕਸਟ ਪੁਆਇੰਟ ਆ ਜੀ ਆਪਣੇ ਕੋਲ ਦੀਵਾਨੀ ਜਾਂ ਇਸ ਨੂੰ ਅਸੀਂ ਦੀਵਾਨੀ ਕੇਸ ਜਾਂ ਅਸੀਂ ਇਸ ਨੂੰ ਸਿਵਲ ਮੁਕੱਦਮਾ ਵੀ ਕਹਿ ਸਕਦੇ ਹਾਂ। ਆਮ ਲੋਕਾਂ ਨਾਲ ਸੰਬੰਧਿਤ ਕੇਸਾਂ ਨੂੰ ਦੀਵਾਨੀ ਕੇਸ ਕਿਹਾ ਜਾਂਦਾ ਹੈ ਜਾਂ ਇਸ ਨੂੰ ਸਿਵਲ ਮੁਕੱਦਮਾ ਵੀ ਕਿਹਾ ਜਾਂਦਾ ਹੈ।
ਮੌਲਿਕ ਅਧਿਕਾਰਾਂ, ਵਿਆਹ, ਤਲਾਕ, ਜਾਇਦਾਦ, ਜ਼ਮੀਨੀ ਵਿਵਾਦ ਆਦਿ ਨਾਲ ਸੰਬੰਧਿਤ ਮੁੱਦੇ ਸਾਰੇ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ। ਇਹਨਾਂ ਮਾਮਲਿਆਂ ਦੇ ਵਿੱਚ ਹੀ ਇਹਨਾਂ ਨੂੰ ਕਵਰ ਕੀਤਾ ਗਿਆ ਹੈ ਜਾਂ ਸ਼ਾਮਲ ਕੀਤਾ ਗਿਆ ਹੈ।